ਜਿਉਂ ਬੁਲਾਵੈਂ ਤਿਉਂ ਬੋਲੇ ਸੁਆਮੀ। ਕੁਦਰਤ ਕਵਣ ਹਮਾਰੀ, ਸਾਧ ਸੰਗ ਨਾਨਕ ਜਸ ਗਾਇਓ। ਜੋ ਪ੍ਰਭ ਕੀ ਅਤ ਪਿਆਰੀ। ਹਮ ਸਰ ਦੀਨ ਦਇਆਲ ਨ ਤੁਮ ਸਰ, ਅਬ ਪਤਿਆਰ ਕਿਆ ਕੀਜੈ। ਬਚਨੀ ਤੋਰ ਮੋਰ ਮਨ ਮਾਨੈ, ਜਨ ਕੋ ਪੂਰਨ ਦੀਜੈ। ਬਚਨੀ ਤੋਰ ਮੋਰ ਮਨ ਮਾਨੈ, ਜਨ ਕੋ ਪੂਰਨ ਦੀਜੈ। ਸੰਗ ਸਖਾ ਸਭ ਤਜ ਗਏ, ਕੋ ਨ ਨਿਭਿਓ ਸਾਥ। ਕਹੋ ਨਾਨਕ ਇਹ ਬਿਪਤ ਮੈਂ, ਟੇਕ ਏਕ ਰਘੁਨਾਥ। ਸੰਗ ਸਖਾ ਸਭ ਤਜ ਗਏ, ਕੋ ਨ ਨਿਭਿਓ ਸਾਥ। ਕਹੋ ਨਾਨਕ ਇਹ ਬਿਪਤ ਮੈਂ, ਟੇਕ ਏਕ ਰਘੁਨਾਥ। ਸਾਹਿਬਾਂ ਦੀ ਖੁਸ਼ੀਆਂ ਭਰੀ ਗੋਦ ਅੰਦਰ ਜੁੜ ਮਿਲ ਕਰਕੇ ਆਪ ਜੀ ਨੇ ਸ਼ਰਧਾ ਪ੍ਰੇਮ ਭਾਵਨਾ ਦੇ ਨਾਲ ਸਾਹਿਬਾਂ ਦੀ ਅੰਮ੍ਰਿਤ ਬਾਣੀ ਦਾ ਕੀਰਤਨ ਗੁਰਮੁਖ ਪਿਆਰਿਆਂ ਪਾਸੋਂ ਸਰਵਣ ਕੀਤਾ। ਸਤਿਗੁਰ ਦਾਤਾ ਕਿਰਪਾ ਕਰੇ, ਗਾਵੇ ਸੁਣੇ ਬਚਨ ਸਾਡੇ ਹਿਰਦੇ ਅੰਦਰ ਵਸ ਜਾਣ। ਗੁਰੂ ਕੇ ਬਚਨਾਂ ਰਾਹੀਂ ਸਾਨੂੰ ਚੱਜ ਆਚਾਰ ਅਸੀਂ ਸਿੱਖ ਸਕੀਏ। ਗੁਰੂ ਕੋਲ ਜਦੋਂ ਵੀ ਆਉਣਾ, ਇਹ ਭਾਵਨਾ ਲੈ ਕੇ ਆਉਣਾ ਕਿ ਅਸੀਂ ਗੁਰੂ ਕੋਲੋਂ ਕੁਝ ਸਿੱਖਣ ਚੱਲੇ ਹਾਂ। ਵਿਦਿਆਰਥੀ ਜਦੋਂ ਵੀ ਕਾਲਜ, ਯੂਨੀਵਰਸਿਟੀ ਜਾਂ ਸਕੂਲ ਵਿੱਚ ਜਾਂਦਾ ਹੈ, ਇਸ ਭਾਵਨਾ ਦੇ ਨਾਲ ਜਾਂਦਾ ਕਿ ਮੈਂ ਵਿੱਦਿਆ ਲੈਣ ਚੱਲਾਂ। ਉਹ ਵਿਦਿਆਲਿਆ ਹੈ, ਵਿੱਦਿਆ ਦਾ ਘਰ ਹੈ। ਤੇ ਜਿਹੜਾ ਇਹ ਭਾਵਨਾ ਲੈ ਕੇ ਨਹੀਂ ਜਾਂਦਾ, ਕਦੇ ਵੀ ਉਹਦੇ ਪੱਲੇ ਵਿੱਦਿਆ ਨਹੀਂ ਪੈਂਦੀ। ਬਸ ਇਹੀ ਕਹਾਣੀ ਧਰਮ ਦੀ ਦੁਨੀਆ ਦੇ ਅੰਦਰ ਦੀ ਹੈ। ਧਰਮ ਦੇ ਮਾਰਗ 'ਤੇ ਤੁਰਦਿਆਂ ਗੁਰੂ ਨੇ ਸਾਨੂੰ ਇੱਕ ਧਰਮ ਦੀ ਛਾਲ ਦਿੱਤੀ, ਤੇ ਇਸ ਧਰਮਸ਼ਾਲਾ ਦੇ ਅੰਦਰ ਅਸੀਂ ਧਰਮ ਸਿੱਖਣ ਦੇ ਲਈ ਆਉਂਦੇ ਹਾਂ। ਸਿੱਖ ਕੇ ਇੱਥੇ ਜਾਣਾ, ਕਮਾਉਣਾ ਬਾਹਰ ਹੈ। ਇੱਥੇ ਗੱਲਾਂ ਸਿੱਖਣੀਆਂ ਨੇ, ਉੱਤੇ ਸਿੱਖੀਆਂ ਹੋਈਆਂ ਗੱਲਾਂ ਬਾਹਰ ਵਿਚਰਦਿਆਂ ਸੰਸਾਰ 'ਤੇ ਅਸੀਂ ਉਹਨਾਂ ਰਾਹੀਂ ਆਪਣਾ ਜੀਵਨ ਬਤੀਤ ਕਰਨਾ। ਜਿਵੇਂ ਉਦਾਹਰਣ ਪੱਖੋਂ ਲੈ ਲਈਏ, ਸਤਿਗੁਰ ਜੀ ਬਾਣੀ ਦੇ ਅੰਦਰ ਸਿਮਰਨ ਦਾ ਕਨਸੈਪਟ ਸੇਵਾ ਦਾ, ਦਇਆ ਦਾ, ਸਬਰ ਦਾ, ਸੱਤ ਦਾ ਭਾਵ ਉੱਚੇ ਆਚਰਣ ਦਾ, ਇਖਲਾਕ ਦਾ, ਅਨੇਕਾਂ ਇੱਥੇ ਵਿਸ਼ਿਆਂ ਦੇ ਆਧਾਰਾਂ 'ਤੇ ਸਾਨੂੰ
ਸਮਝ ਤੇ ਰਮਝ ਦਿੰਦੇ ਆ। ਸਵੇਰੇ ਵੀ ਬੇਨਤੀ ਕੀਤੀ ਸੀ, ਫਿਰ ਆਪ ਜੀ ਦੇ ਚਰਨਾਂ ਵਿੱਚ ਕਰਨ ਲੱਗਾ। ਸੁਰਤ ਦੇ 3 ਪੜਾਅ ਵਿਦਵਾਨ ਸੱਜਣ ਮੰਨਦੇ ਆ। ਜਿੰਨੇ ਕੁਝ ਸਿੱਖਣਾ ਹੋਵੇ, ਉਹ 3 ਪੜਾਅ ਕਿਹੜੇ ਆ? ਪਹਿਲਾ ਪੜਾਅ ਸੁਰਤ ਕਰਕੇ ਸੁਣਨਾ। ਜਦੋਂ ਮਨ ਕਰਕੇ ਸੁਰਤ ਕਰਕੇ ਅਸੀਂ ਸੁਣਦੇ ਹਾਂ, ਇਹ ਪਹਿਲਾ ਪੜਾਅ ਹੈ। ਦੂਜਾ ਪੜਾਅ ਹੈ ਸਮਝਣਾ। ਸਿਖਿਆਰਥੀ ਬਣ ਕੇ ਜਦੋਂ ਕੋਈ ਸੁਣਦਾ ਹੈ, ਸੁਰਤ ਕਰਕੇ ਸਮਝਦਾ ਹੈ। ਸਤਿਗੁਰੂ ਜੀ ਕਹਿੰਦੇ ਆ ਕਿ ਵੀ ਤੀਜੀ ਗੱਲ ਫਿਰ ਉਹ ਮੰਨਦਾ ਹੈ। ਇਸੇ ਨੂੰ ਧੰਨ ਗੁਰੂ ਨਾਨਕ ਮਹਾਰਾਜ ਜੀ ਕਹਿੰਦੇ ਆ, ਸੁਣਿਆ ਮੰਨਿਆ ਮਨ ਕੀਤਾ ਭਾਉ। ਜੋ ਸੁਣਿਆ, ਜੋ ਸਮਝਿਆ, ਜੋ ਮੰਨਿਆ, ਉਹਨੂੰ ਪ੍ਰੇਮ ਦੇ ਨਾਲ, ਅਦਬ ਦੇ ਨਾਲ ਆਪਣੇ ਹਿਰਦੇ 'ਚ ਵਸਾ ਲੈਣਾ। ਇਹੀ ਸਿਖਿਆਰਥੀ ਦਾ ਅਸਲ ਕੰਮ ਹੈ। ਸਿੱਖੀ ਇਹਨਾਂ 3 ਚੀਜ਼ਾਂ 'ਤੇ ਟਿਕੀ ਹੋਈ ਹੈ। ਪਹਿਲੀ ਗੱਲ ਸਿੱਖੀ, ਸਿੱਖਿਆ, ਗੁਰ ਵਿਚਾਰ। ਪਹਿਲੀ ਸਿੱਖੀ, ਫਿਰ ਸਿੱਖੀ ਦੀ ਰੰਗਤ ਦੇ ਵਿੱਚ ਮਿਲੀ ਕੋਈ ਸਿੱਖਿਆ। ਸਿੱਖਿਆ ਕਿਹੜੀ? ਗੁਰ ਵਿਚਾਰ, ਗੁਰੂ ਦੀ ਵਿਚਾਰ। ਤੇ ਇਹਦੇ ਨਾਲ ਹੀ ਫਿਰ ਸਤਿਗੁਰੂ ਜੀ ਕਹਿੰਦੇ ਆ, ਨਦਰੀ ਕਰਮ ਲੰਘਾਏ ਪਾਰ। ਉਹਦਾ ਫਿਰ ਪਾਰ ਉਤਾਰਾ ਹੋ ਜਾਂਦਾ ਹੈ। ਸੋ ਸਤਿਗੁਰੂ ਜੀ ਨੇ ਸਾਨੂੰ ਸਿੱਖ ਬਣਾਇਆ, ਤੇ ਸਿੱਖ ਦਾ ਅਰਥ ਹੈ ਸਿਖਿਆਰਥੀ, ਸਿੱਖਣ ਵਾਲਾ। ਆਪ ਜੀ ਤੇ ਮੈਂ ਜਿਤਨੇ ਵੀ ਗੁਰੂ ਕੋਲ ਰੋਜ਼ ਬੈਠਦੇ ਹਾਂ, ਸਿਖਿਆਰਥੀ ਬਣ ਕੇ ਗੁਰੂ ਦੇ ਕੋਲੋਂ ਕੁਝ ਨਾ ਕੁਝ ਸਿੱਖਦੇ ਹਾਂ। ਹਾਂ, ਦੂਜੀ ਗੱਲ ਇਹ ਵੀ ਨਾਲ ਚੱਲਦੀ ਹੈ, ਧਰਮ ਦੀ ਦੁਨੀਆ ਦੇ ਅੰਦਰ ਜੇ ਕੁਝ ਗ੍ਰਹਿਣ ਕਰਨਾ ਤੇ ਕੁਝ ਛੱਡਣਾ ਵੀ ਹੁੰਦਾ ਹੈ। ਇਹ ਨਹੀਂ ਕਿ ਵੀ ਸਾਰਾ ਕੁਝ ਗ੍ਰਹਿਣ ਕਰਨਾ ਤੇ ਕੁਝ ਆਪਣੇ ਅੰਦਰੋਂ ਕੱਢ ਹੀ ਨਾ ਪਾਉਣਾ। ਕੋਈ ਚੀਜ਼ ਆਪਾਂ ਪਵਾ ਰਹੇ ਹਾਂ ਤੇ ਪਹਿਲੀ ਕੱਢ ਰਹੇ ਹਾਂ, ਦੂਜੀ ਤਾਂ ਪਵਾ ਰਹੇ ਹਾਂ। ਇਹੀ ਕਹਾਣੀ ਹੈ ਕਿ ਵੀ ਸਤਿਗੁਰੂ ਜੀ ਦੀ ਬਾਣੀ ਦੇ ਅੰਦਰ ਜਿੱਥੇ ਸਾਨੂੰ ਚੀਜ਼ ਗੁਣਾਂ ਦੇ ਨਾਲ ਸ਼ਿੰਗਾਰ ਕੇ ਦਿੱਤੀ ਜਾ ਰਹੀ ਹੈ, ਉੱਥੇ ਔਗਣ ਆਪਣੇ ਲਪੇਟ ਕੇ ਬਾਹਰ ਵੀ ਸੱਟਣੇ ਆ। ਜਿਹਨੂੰ ਸਤਿਗੁਰੂ ਜੀ ਦੀ ਬਾਣੀ ਕਹਿੰਦੇ ਆ, ਅਵਗੁਣ ਛੋੜ ਗੁਣਾ ਕੋ ਧਾਵੋ। ਭਾਵ ਅਵਗੁਣ ਛੱਡ, ਗੁਣਾਂ ਨੂੰ ਧਾਰਨ ਕਰ। ਕਰ ਅਵਗੁਣ ਪਛਤਾਹੀ ਜੀਓ। ਕਿਉਂਕਿ ਇਹਨਾਂ ਅਵਗੁਣਾਂ ਕਰਕੇ ਹੀ ਕੱਲ ਜੀਵਨ ਦੇ ਵਿੱਚ ਪਛਤਾਵਾ ਪੈਦਾ ਹੋ ਜਾਏਗਾ। ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਜਦੋਂ ਤੁਸੀਂ ਰਹਿਰਾਸ ਦਾ ਪਾਠ ਕਰਦੇ ਹੋ, ਤੇ ਸਤਿਗੁਰੂ ਜੀ ਉੱਤੇ ਬੜਾ ਪਿਆਰਾ ਇੱਕ ਬਚਨ ਸਾਡੇ ਨਾਲ ਸਾਂਝਾ ਕਰਦੇ ਆ, ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ। ਇਹ ਤੇਰੀ ਬਰੀਆ ਅਵਰ ਕਾਜ ਤੇਰਾ ਕਿਤੇ ਨਾ ਕਾਮਿਲ, ਸਾਧ ਸੰਗਤ ਭਜ ਕੇਵਲ ਨਾਮ। ਸਤਿਗੁਰੂ ਜੀ ਕਹਿੰਦੇ ਕਰੀਏ ਕੀ? ਸਰੰਜਾਮ ਲਾਗ ਭਵਜਲ ਤਰਨ ਕੈ। ਇਸ ਇੰਤਜ਼ਾਮ ਦੇ ਵਿੱਚ ਲੱਗ ਕੇ ਗੁਣ ਤੂੰ ਕਮਾ ਸਕੇ। ਸਰੰਜਾਮ ਲਾਗ ਭਵਜਲ ਤਰਨ ਕੈ। ਸੰਸਾਰ ਭਵਜਲ ਨੂੰ ਗੁਣਾ ਤੋਂ ਬਿਨਾਂ ਤਰਿਆ ਹੀ ਨਹੀਂ ਜਾ ਸਕਦਾ। ਸਰੰਜਾਮ ਲਾਗ ਭਵਜਲ ਤਰਨ ਕੈ, ਜਨਮ ਬਿਰਥਾ ਜਾਤ ਰੰਗ ਮਾਇਆ ਕੈ। ਕਿਤੇ ਮਾਇਆ ਦੇ ਰੰਗ ਦੇ ਵਿੱਚ ਜਨਮ ਬਿਰਥਾ ਨਾ ਚਲਾ ਜਾਏ, ਕਿਤੇ ਸੰਸਾਰ ਤੇ ਆਇਆਂ ਦਾ ਸਾਡਾ ਵਿਅਰਥ ਨਾ ਹੋ ਜਾਏ। ਕਿਉਂਕਿ ਜੋ ਕੁਝ ਵੀ ਸੰਸਾਰ ਤੇ ਖੁਆਰੀਆਂ ਪੈਦਾ ਹੁੰਦੀਆਂ, ਉਹ ਰੱਬ ਨੂੰ ਭੁੱਲਣ ਕਰਕੇ ਹੋ ਰਹੀਆਂ ਨੇ। ਸੋ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਬਾਰ-ਬਾਰ ਸਾਨੂੰ ਰੱਬ ਯਾਦ ਕਰਾਇਆ, ਨਿਰੰਕਾਰ ਯਾਦ ਕਰਾਇਆ, ਸਾਨੂੰ ਮਾਇਆ ਤੋਂ ਚੁੱਕ ਕੇ ਪਰਮਾਤਮਾ ਵਾਲੇ ਪਾਸੇ ਲੈ ਕੇ ਆਂਦਾ, ਤਾਂ ਕਿ ਝੂਠ ਦੀ ਦੁਨੀਆ ਵਿੱਚੋਂ ਨਿਕਲ ਕੇ ਸੱਚ ਦੀ ਦੁਨੀਆ ਦੇ ਵਿੱਚ ਮਨ ਪ੍ਰਵਿਰਤ ਕਰਦਾ ਹੈ। ਫਿਰ ਥੋੜ੍ਹਾ ਜਿਹਾ ਸਮਝਿਓ, ਸਾਡੇ ਮਨ ਨੂੰ ਚੁੱਕਿਆ ਸਤਿਗੁਰੂ ਜੀ ਦੀ ਬਾਣੀ ਨੇ। ਕਿਉਂਕਿ ਜਿਹੜਾ ਮਨ ਸੰਸਾਰ ਦੇ ਵਿਸ਼ੇ ਵਿਕਾਰਾਂ ਵਿੱਚ ਫਸਿਆ, ਆਮ ਬੰਦੇ ਦੇ ਲਈ ਉਹਦੇ ਵਿੱਚੋਂ ਉਹਨੂੰ ਕੱਢਣਾ, ਉਸ ਦਲਦਲ ਦੇ ਵਿੱਚੋਂ ਬੜਾ ਔਖਾ ਹੈ। ਬੰਦਾ ਸੋਚੇ ਕਿ ਵੀ ਮੈਂ ਵਿਕਾਰਾਂ ਵਿੱਚ ਫਸਿਆ, 5 ਵਿਕਾਰ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ। ਹੁਣ ਜੇ ਆਪਣੇ ਯਤਨਾਂ ਦੇ ਨਾਲ ਬੰਦਾ ਸੋਚੇ ਕਿ ਮੈਂ ਇਹਨਾਂ ਵਿੱਚੋਂ ਨਿਕਲਾਂ,
ਬਿਨਾਂ ਡਾਕਟਰ ਤੋਂ ਬਿਮਾਰੀ ਦੇ ਬਿਨਾਂ ਦਵਾਈਆਂ ਤੋਂ ਕਿਵੇਂ ਜਾਏਗੀ? ਜਿਹੜਾ ਰੋਗ ਬੰਦੇ ਨੂੰ ਲੱਗ ਗਿਆ, ਭਿਆਨਕ ਰੋਗ ਕੋਈ ਸਰੀਰ ਨੂੰ ਲੱਗ ਗਿਆ, ਬਿਨਾਂ ਦਵਾਈਆਂ ਤੋਂ ਕਦੇ ਨਹੀਂ ਅੰਦਰੋਂ ਜਾਏਗਾ। ਉਹਦੇ ਲਈ ਡਾਕਟਰ ਹੈ, ਹੌਸਪੀਟਲ ਨੇ, ਉਹਨਾਂ ਦੀ ਸਲਾਹ ਲੈਣੀ ਪਏਗੀ। ਬਸ ਇਹੀ ਕਹਾਣੀ ਸਾਡੇ ਜੀਵਨ ਦੀ ਹੈ ਕਿ ਵੀ ਆਪਾਂ ਸੋਚਦੇ ਹਾਂ ਕਿ ਵੀ ਇਹਨਾਂ ਦਾ ਹੱਲ ਅਸੀਂ ਆਪਣੇ ਯਤਨਾਂ ਨਾਲ ਕਰੀਏ, ਤੇ ਇਹ ਆਪਣੇ ਯਤਨਾਂ ਦੇ ਨਾਲ ਕਦੀ ਹੋ ਨਹੀਂ ਸਕਦਾ। ਇਹ ਬੜੀ ਔਖੀ ਜੀ ਘਾਟੀ ਹੈ। ਕਿਵੇਂ ਕੱਢੇਗਾ ਬੰਦਾ ਆਪਣੇ ਅੰਦਰੋਂ ਕ੍ਰੋਧ ਨੂੰ, ਗੁੱਸੇ ਨੂੰ? ਨਹੀਂ ਕੱਢ ਸਕਦਾ। ਬੜਾ ਵੱਡੇ ਵੱਡੇ ਸਤਿਗੁਰੂ ਜੀ, ਇੱਥੋਂ ਤੱਕ ਇਹ ਤਾਂ ਆਮ ਸੰਸਾਰ ਦੀ ਗੱਲ ਹੈ, ਵੱਡੇ ਵੱਡੇ ਰਿਸ਼ੀ ਮੁਨੀ ਕਈ ਵਾਰ ਵੇਖੇ ਗਏ ਆ, ਵੱਡੇ ਵੱਡੇ ਜਪੀ ਤਪੀ ਵੇਖੇ ਗਏ ਆ, ਜਿਹੜੇ ਆਪਣੇ ਅੰਦਰੋਂ ਕ੍ਰੋਧ ਨਹੀਂ ਕੱਢ ਸਕੇ। ਉਹਨਾਂ ਦੀ ਵੀ ਗੱਲ ਬਾਣੀ ਵਿੱਚ ਚੱਲਦੀ ਹੈ। ਜਾਂ ਬੇਨਤੀ ਕਰਾਂ, ਜੇ ਬੰਦਾ ਕਹੇ ਮੈਂ ਆਪਣੇ ਯਤਨਾਂ ਦੇ ਨਾਲ ਇਹਨਾਂ ਨੂੰ ਕੱਢ ਲਵਾਂ, ਤੇ ਬੜੀ ਔਖੀ ਘਾਟੀ ਜੇ ਇਹਨਾਂ ਨੂੰ ਕੱਢਣਾ। ਇਹ ਤਾਂ ਗੁਰੂ ਕਿਰਪਾ ਕਰਦਾ ਹੈ। ਪੰਜੇ ਬੱਦੇ ਮਹਾਬਲੀ ਕਰ ਸੱਚਾ ਢੋਆ, ਆਪਣੇ ਚਰਨ ਜਪਾਇਨ ਵਿੱਚ ਦਈ ਖੜੋਆ। ਉਹ ਜਦੋਂ ਵਿੱਚ ਆ ਕੇ ਗੁਰੂ ਖਲੋ ਜਾਂਦਾ, ਪਰਮਾਤਮਾ ਖਲੋ ਜਾਂਦਾ ਹੈ, ਫਿਰ ਪੰਜੇ ਬੱਦੇ ਮਹਾਬਲੀ, ਉਹ ਪੰਜਾਂ ਨੂੰ ਫਿਰ ਬੰਨ ਲੈਂਦਾ। ਮਾਇਆ ਦੀ ਦੁਨੀਆ ਵਿੱਚ ਰਹਿੰਦੇ ਹਾਂ, ਪਦਾਰਥਾਂ ਦੀ ਦੁਨੀਆ ਵਿੱਚ ਰਹਿੰਦੇ ਹਾਂ, ਫਿਰ ਉਹ ਝੂਠ ਦੇ ਇਹਨਾਂ ਦੇ ਉੱਤੇ ਟਿਕਾਏ ਹੋਏ ਮਹਿਲਾਂ ਨੂੰ ਆਪਣੇ ਵੱਸ ਵਿੱਚ ਕਰ ਲੈਂਦਾ। ਬਸ ਆਹੀ ਕਹਾਣੀ ਹੈ। ਸਤਿਗੁਰੂ ਜੀ ਕਹਿੰਦੇ ਆ, ਜਦੋਂ ਕੋਈ ਗੁਰੂ ਕੋਲ ਆ ਕੇ ਸਿੱਖਦਾ, ਗੁਰੂ ਤੇਗ ਬਹਾਦਰ ਮਹਾਰਾਜ, ਧਰਮ ਦੀ ਚਾਦਰ ਸਤਿਗੁਰੂ ਜੀ। ਚਲੋ ਪਿਛਲੇ ਦਿਨਾਂ ਦੇ ਅੰਦਰ ਵੀ ਆਪਾਂ ਕਈ ਦਿਨਾਂ ਤੋਂ ਇੱਕ ਵਿਸ਼ੇ 'ਤੇ ਵਿਚਾਰ ਕਰਦੇ ਆ ਰਹੇ ਹਾਂ ਕਿ ਵੀ ਜੋ ਕੁਝ ਦਿਸਦਾ ਹੈ, ਜੋ ਕੁਝ ਵੇਖਦੇ ਪਏ ਹਾਂ, ਸਭ ਕੁਝ ਸਾਡੀਆਂ ਨਜ਼ਰਾਂ ਤੋਂ ਦੂਰ ਹੋਏਗਾ। ਭਾਵ ਕੀ ਸੀ ਇਹਦਾ? ਪਿਛਲੇ ਦਿਨਾਂ ਦੇ ਅੰਦਰ ਵੀ ਆਪਾਂ ਵਿਚਾਰਿਆ ਕਿ ਵੀ ਸਾਰੇ ਜਿਤਨੇ ਵੀ, ਭਾਵੇਂ ਉਹ ਬਾਹਰ ਦੇ ਸੰਗੀ ਹੋਣ, ਭਾਵੇਂ ਉਹ ਪਰਿਵਾਰ ਦੇ ਸਾਥੀ ਹੋਣ, ਸਤਿਗੁਰੂ ਜੀ ਤਾਂ ਇੱਕੋ ਹੀ ਫੈਸਲਾ ਕਰਦੇ ਆ ਕਿ ਵੀ ਇਹ ਸਾਰੇ ਸੁੱਖ ਦੇ ਹਾਣੀ ਆ, ਦੁੱਖ ਦਾ ਹਾਣੀ ਕੋਈ ਵੀ ਨਹੀਂ। ਜਿੰਨਿਆਂ ਦੀ ਵੀ ਬਾਹਰ ਮਿੱਤਰਤਾ ਹੈ, ਜਾਂ ਜਿੰਨਿਆਂ ਦੀ ਵੀ ਅੰਦਰਲੀ ਤੌਰ 'ਤੇ ਮਿੱਤਰਤਾ ਹੈ। ਵੈਸੇ ਅੱਜ ਦੇ ਪਾਵਨ ਬਚਨ ਦੇ ਅੰਦਰ ਸਤਿਗੁਰੂ ਜੀ ਦੋ ਚੀਜ਼ਾਂ ਦੀ ਸਾਂਝ ਸਾਡੇ ਨਾਲ ਪਾਉਂਦੇ ਆ, ਇੱਕ ਸੰਗ ਤੇ ਇੱਕ ਸਖਾ। ਤੀਜੀ ਗੱਲ ਨਾਲ ਇਹ ਵੀ ਕਰ ਦਿੱਤੀ ਸਤਿਗੁਰੂ ਜੀ ਨੇ ਕਿ ਵੀ ਟੇਕ ਭਾਵ ਸਹਾਰਾ। ਚਲੋ ਸਹਾਰੇ ਦੀ ਵੀ ਗੱਲ ਆਪਾਂ ਨਾਲ ਕਰਾਂਗੇ। ਪਹਿਲਾਂ ਸੰਗ ਤੇ ਸਖਾ, ਇਹਨਾਂ ਦੇ ਭਾਵ ਅਰਥ ਜਦੋਂ ਵਿਦਵਾਨ ਸੱਜਣਾ ਨੇ ਕੀਤੇ ਆ, ਉਹ ਬੜੇ ਕਮਾਲ ਦੇ ਕੀਤੇ ਆ। ਸੰਗ ਸਖਾ ਦਾ ਭਾਵ ਕੀ ਹੈ? ਵੈਸੇ ਦੋਵਾਂ ਨੂੰ ਜਦੋਂ ਇਕੱਠਾ ਕਰਦੇ ਆ ਤੇ ਆਪਾਂ ਕਹਿੰਦੇ ਆ ਸੰਗੀ ਸਾਥੀ, ਹਮੇਸ਼ਾ ਜਿਹੜੇ ਨਾਲ ਰਹਿਣ ਵਾਲੇ ਨੇ। ਸਾਥੀ ਦਾ ਅਰਥ ਹੈ ਜਿਹੜੇ ਸਾਥ ਦੇਣ ਵਾਲੇ, ਉਹਨਾਂ ਦੇ ਵਿੱਚੋਂ ਪਰਿਵਾਰ ਦੇ ਵੀ ਨੇ ਤੇ ਬਾਹਰ ਦੇ ਵੀ ਸੱਜਣ ਮਿੱਤਰ ਨੇ। ਧੰਨ ਗੁਰੂ ਨਾਨਕ ਮਹਾਰਾਜ ਸਤਿਗੁਰੂ ਜੀ ਜਦੋਂ ਬਾਹਰ ਦੇ ਮਿੱਤਰਤਾ ਦੀ ਗੱਲ ਕਰਦੇ ਆ, ਤੇ ਉਦੋਂ ਆਪਾਂ ਇੱਕ ਬਚਨ ਪੜ੍ਹਦੇ ਹਾਂ ਸਤਿਗੁਰੂ ਜੀ ਦਾ। ਸਤਿਗੁਰੂ ਜੀ ਕਹਿੰਦੇ ਆ, ਕੋਈ ਜਾਣੈ ਤੁਹਾਡੇ ਵਿੱਚੋਂ ਜਾਂ ਮੇਰੇ ਵਿੱਚੋਂ, ਨਾ ਤੁਸੀਂ ਜਾਣਦੇ ਹੋ ਤੇ ਨਾ ਮੈਂ ਜਾਣਦੇ ਹਾਂ। ਹਾਂ, ਹਕੀਕਤ ਦਾ ਕਿਸੇ ਨੂੰ ਪਤਾ ਲੱਗ ਜੇ ਤਾਂ ਇਹ ਅਵਸਥਾ ਬਣਦੀ ਹੈ, ਵੈਸੇ ਕੋਈ ਨਹੀਂ ਜਾਣਦਾ। ਵੈਸੇ ਸਾਰੇ ਝੂਠ ਦੇ ਉੱਤੇ ਪਰਦਾ ਪਾ ਕੇ ਤੇ ਉਹਨੂੰ ਹੀ ਲੁਕਾਉਣ ਦੀ ਕੋਸ਼ਿਸ਼ ਪਏ ਕਰਦੇ ਆ। ਸੱਚ ਕੋਈ ਵੀ ਨਹੀਂ ਜਾਣਦਾ। ਬੜੇ ਵਿਰਲੇ ਹੁੰਦੇ ਆ ਜਿਹੜੇ ਇਸ ਹਕੀਕਤ ਤੇ ਸੱਚ ਨੂੰ ਜਾਣਦੇ ਨੇ। ਸਤਿਗੁਰੂ ਗੁਰੂ ਨਾਨਕ ਮਹਾਰਾਜ ਕਹਿੰਦੇ ਆ, ਕੋਈ ਜਾਣੈ, ਕੋਈ ਜਾਣਦਾ। ਸਵਾਲ ਖੜਾ ਕੀਤਾ। ਅੱਜ ਸਵੇਰੇ ਬੈਠਾ ਮੈਂ ਕਿਸੇ ਵੀਰ ਨਾਲ ਗੱਲ ਕਰਦਾ ਸਾਂ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਅੰਦਰ ਜਦੋਂ ਆਪਾਂ 35 ਮਹਾਂਪੁਰਖਾਂ ਦੀ ਬਾਣੀ ਪੜ੍ਹਦੇ ਹਾਂ, ਤੇ 35 ਮਹਾਂਪੁਰਖਾਂ ਨੇ ਕਈ ਥਾਵਾਂ 'ਤੇ ਸਵਾਲ ਵੀ ਆਪ ਕੀਤੇ ਨੇ ਤੇ ਜਵਾਬ ਵੀ ਉਹਨਾਂ ਦੇ ਆਪ ਹੀ ਦਿੱਤੇ ਨੇ। ਭਗਤ ਕਬੀਰ ਜੀ ਦੀ ਬਾਣੀ ਪੜ੍ਹੋ, ਭਗਤ ਫਰੀਦ ਜੀ ਦੀ ਬਾਣੀ ਪੜ੍ਹੋ, ਜਾਂ ਗੁਰੂ ਸਾਹਿਬਾਨਾਂ ਦੀ ਬਾਣੀ ਪੜ੍ਹੋ। ਜਿਵੇਂ ਉਦਾਹਰਣ ਪੱਖੋਂ ਮੈਂ ਆਪ ਜੀ ਦੇ ਨਾਲ ਗੱਲ ਸਾਂਝੀ ਕਰਦਾ, ਧੰਨ ਗੁਰੂ ਨਾਨਕ ਮਹਾਰਾਜ ਜੀ ਦੀ ਆਪਾਂ ਜਪਜੀ ਸਾਹਿਬ ਆਰੰਭਤਾ ਪੜ੍ਹਦੇ ਹਾਂ, ਉੱਥੇ ਸਤਿਗੁਰੂ ਜੀ ਸਵਾਲ ਆਪੇ ਖੜੇ ਕਰਦੇ ਆ ਤੇ ਆਪੇ ਜਵਾਬ ਦਿੰਦੇ ਆ। ਜਿਵੇਂ ਆਪਾਂ ਫੇਰ ਕੇ ਅੱਗੇ ਰੱਖੀ ਹੈ,
ਜਾਂ ਬਚਨ ਪੜ੍ਹਦੇ ਆ ਮੂੰਹੋਂ ਕੇ ਬੋਲਣ ਬੋਲੀ ਹੈ, ਅੱਗੇ ਜਾ ਕੇ ਫਿਰ ਉਹਦਾ ਜਵਾਬ ਦੇ ਦਿੰਦੇ ਆ, ਅੰਮ੍ਰਿਤ ਵੇਲਾ ਸੱਚ ਨਾਮ ਵਡਿਆਈ ਵਿਚਾਰ। ਇਹ ਸਵਾਲ ਵੀ ਕਰਦੇ ਆ, ਜਵਾਬ ਵੀ ਕਰਦੇ ਆ। ਸਰੋ ਵਿਚਾਰ ਬੇਨਤੀ ਕਰਾਂ, ਇੱਥੇ ਵੀ ਧੰਨ ਗੁਰੂ ਨਾਨਕ ਮਹਾਰਾਜ ਸਤਿਗੁਰੂ ਜੀ ਕਹਿੰਦੇ ਕੋਈ ਜਾਣੈ ਸਾਡੇ ਵਿੱਚੋਂ ਤੁਹਾਡੇ ਵਿੱਚੋਂ ਕੋਈ ਇਹ ਗੱਲ ਨਹੀਂ ਜਾਣਦਾ, ਕੋਈ ਜਾਣੈ ਕਵਨ ਕਿਹੜਾ ਇਹਾਂ ਮੀਤ। ਕੋਈ ਨਹੀਂ ਇਹ ਗੱਲ ਨੂੰ ਜਾਣਦਾ ਕਿ ਵੀ ਕਿਹੜਾ ਭਾਈ ਇੱਥੇ ਹਮੇਸ਼ਾ ਦਾ ਕੋਈ ਮਿੱਤਰ ਹੈ ਜਾਂ ਕੋਈ ਸੱਜਣ ਹੈ। ਇਸ ਗੱਲ ਨੂੰ ਕੋਈ ਨਹੀਂ ਜਾਣਦਾ। ਇਸ ਗੱਲ ਦਾ ਤੇ ਉਦੋਂ ਪਤਾ ਲੱਗਦਾ ਜਦੋਂ ਦੁੱਖ ਬੰਦੇ ਤੇ ਚੜ ਕੇ ਆਉਂਦਾ, ਜਦੋਂ ਵਿਪਤਾ ਆਉਂਦੀ ਹੈ, ਉਦੋਂ ਪਤਾ ਲੱਗਦਾ ਕਿ ਵੀ ਜਿਨ੍ਹਾਂ ਨੂੰ ਸੰਗੀ ਸਾਥੀ ਮੰਨਿਆ, ਦੁੱਖ ਮੈਂ ਸੰਗ ਨਾ ਕੋਏ, ਭਾਵ ਇਹਨਾਂ ਵਿੱਚੋਂ ਕੋਈ ਵੀ ਸੁੱਖਾਂ ਦੇ ਵਿੱਚ ਤਾਂ ਖੜਾ ਹੋ ਗਿਆ ਆ ਕੇ ਹਰੇਕ। ਉਸ ਦਿਨ ਵੀ ਚੱਲਦੀ ਵਿਚਾਰ ਵਿੱਚ ਤੁਹਾਡੇ ਨਾਲ ਮੈਂ ਗੱਲ ਸਾਂਝੀ ਕੀਤੀ ਸੀ, ਥੋੜ੍ਹੀ ਜਿਹੀ ਰਿਪੀਟ ਕਰਾਂ। ਆਪਾਂ ਬੇਨਤੀ ਕੀਤੀ ਸੀ ਕਿ ਵੀ ਸੁੱਖ ਆਵੇ ਨਾ ਘਰ ਦੇ ਵਿੱਚ ਬੰਦਾ, ਤੇ ਬੰਦਾ 2 ਜਾਂ 3 ਦਿਨ ਬੰਦੇ ਕੋਲ ਰਹਿ ਵੀ ਜਾਂਦਾ। ਜਿਸ ਘਰ ਦੇ ਵਿੱਚ ਸੁੱਖ ਆਰਾਮ ਹੋਵੇ, ਕਈ ਵਾਰ ਬੰਦਾ ਨਹੀਂ ਜੀ ਕਰਦਾ, ਕਹਿੰਦਾ ਕੋਈ ਗੱਲ ਨਹੀਂ ਘਰ ਹੀ ਜਾਣਾ 2 ਦਿਨ ਹੋਰ ਸਹੀ, ਪਰ ਉਸੇ ਘਰ ਦੇ ਵਿੱਚ ਉਸੇ ਦਾ ਬਦਲਿਆ ਰੂਪ ਕਿਤੇ ਦੁੱਖ ਆ ਜਾਏ ਤੇ ਬੰਦਾ ਕਹਿੰਦਾ ਚਲੋ ਕੋਈ ਗੱਲ ਨਹੀਂ ਭੋਗ ਤੇ ਹੀ ਜਾਵਾਂਗੇ, ਹਨਾ ਇਸ ਤਰ੍ਹਾਂ ਹੁੰਦਾ। ਜਾਂ ਬੰਦਾ ਕਹਿੰਦਾ ਚਲੋ ਕੋਈ ਗੱਲ ਨਹੀਂ ਘਰ ਕੀ ਜਾਣਾ, ਸਿੱਧਾ ਸ਼ਮਸ਼ਾਨ ਭੂਮੀ ਜਾਂਦੇ ਆ। ਇਹ ਕਹਾਣੀ ਵਾਪਰਦੀ ਹੈ। ਕਹਿਣ ਤੋਂ ਭਾਵ ਹੈ ਸਤਿਗੁਰੂ ਜੀ ਕਹਿੰਦੇ ਆ ਸਾਰੇ ਸੁੱਖਾਂ ਦੇ ਮਿੱਤਰ ਨੇ, ਕੋਈ ਜਾਣੈ ਕਵਨ ਇਹਾਂ ਜਗ ਮੀਤ, ਆਪਣੇ ਹੀ ਸੁੱਖ ਸਿਉ ਸਭ ਲਾਗੇ, ਕਿਆ ਦਾਰਾ ਕਿਆ ਮੀਤ। ਜਿੰਨੇ ਵੀ ਮਿੱਤਰ ਸੱਜਣ ਨੇ ਸਾਰੇ ਆਪਣੇ ਸੁੱਖਾਂ ਦੇ ਲਈ ਨਹੀਂ। ਇੱਥੇ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਆ ਸੰਗ ਸਖਾ ਸਭ ਤਜ ਗਏ। ਇਹਨਾਂ ਵਿੱਚੋਂ ਜਿਹੜੇ ਸੰਗੀ ਸਾਥੀ ਨੇ, ਭਾਵ ਬਾਹਰਲੇ ਮਿੱਤਰ ਰਿਸ਼ਤੇਦਾਰ ਸਾਕ ਸੰਬੰਧੀ, ਤੇ ਜਿਹੜੇ ਘਰ ਦੇ ਕੁਟੰਬ ਪਰਿਵਾਰ ਭੈਣ ਭਰਾ ਮਾਤਾ ਪਿਤਾ ਸਭ ਜਿਹੜੇ, ਵੈਸੇ ਬਾਣੀ ਦੇ ਅੰਦਰ ਜਿਹੜਾ ਬਚਨ ਤੁਹਾਡੇ ਨਾਲ ਸਾਂਝਾ ਕੀਤਾ ਉਹਦੇ ਵਿੱਚ ਸਤਿਗੁਰੂ ਜੀ ਪਤਾ ਕੀ ਕਹਿੰਦੇ ਆ, ਪੂਰਬ ਜਨਮ ਕੇ ਮਿਲੇ ਸੰਜੋਗੀ। ਉਹਦੇ ਵਿੱਚ ਸਤਿਗੁਰੂ ਜੀ ਪੂਰਬਲੇ ਜਨਮਾਂ ਦੇ ਮਿਲੇ ਹੋਏ ਸੰਜੋਗੀਆਂ ਦੀ ਗੱਲ ਕਰਦੇ ਆ, ਭਾਵੇਂ ਉਹ ਸੱਜਣ ਬਾਹਰ ਦੇ ਹੋਣ ਤੇ ਭਾਵੇਂ ਉਹ ਘਰ ਦੇ ਹੋਣ। ਉੱਥੇ ਸਤਿਗੁਰ ਕਹਿੰਦੇ ਆ ਪੂਰਬ ਜਨਮ ਕੇ ਮਿਲੇ ਸੰਜੋਗੀ। ਅੱਗੇ ਨਾਲ ਹੀ ਕਹਿ ਦਿੱਤਾ ਇਹ ਪੂਰਬਲੇ ਜਨਮਾਂ ਦੇ ਮਿਲੇ ਹੋਏ ਆ, ਪਰ ਪੂਰਬ ਜਨਮ ਕੇ ਮਿਲੇ ਸੰਜੋਗੀ ਅੰਤੈ ਕੋ ਨਾ ਸਹਾਈ। ਅੰਤ ਨੂੰ ਕੋਈ ਸਹਾਇਤਾ ਕਰਨ ਵਾਲਾ ਨਹੀਂ, ਕੋਈ ਮਦਦਗਾਰ ਨਹੀਂ ਹੈ। ਇਹਨਾਂ ਵਿੱਚੋਂ ਮਤਾਂ ਸਮਝੀ ਕਿ ਵੀ ਕੱਲ੍ਹ ਨੂੰ ਤੇਰੀ ਆ ਕੇ ਕੋਈ ਮਦਦ ਕਰੇਗਾ ਜਾਂ ਕੱਲ੍ਹ ਨੂੰ ਆ ਕੇ ਤੇਰੇ ਨਾਲ ਖੜ ਜਾਏਗਾ, ਨਾ, ਇਹ ਤੇਰਾ ਭੁਲੇਖਾ ਹੈ। ਇਸੇ ਭਰਮ ਦੇ ਅੰਦਰ ਸੰਸਾਰ ਜੀ ਰਿਹਾ, ਬਸ ਉਸ ਭਰਮ ਨੂੰ ਹੀ ਬੰਦਾ ਸੱਚ ਸਮਝੀ ਜਾ ਰਿਹਾ, ਤੇ ਉਸ ਭਰਮ ਦੇ ਪਰਦੇ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੂਰ ਕਰਦੀ ਹੈ। ਦੇਖੋ ਭਰਮ ਜਿਹੜਾ ਹੈ ਨਾ, ਮਨ ਨੂੰ ਲੱਗੀ ਇੱਕ ਕਾਈ ਹੈ। ਜਿਵੇਂ ਵੇਖਦੇ ਹਾਂ ਆਪਾਂ ਟੋਬਿਆਂ ਨਾਲਿਆਂ ਉਹਨਾਂ ਥਾਵਾਂ 'ਤੇ ਜਿੱਥੇ ਪਾਣੀ ਰੁਕਦਾ ਤੇ ਉੱਥੇ ਕਾਈ ਲੱਗ ਜਾਂਦੀ ਹੈ। ਉਸ ਕਾਈ ਦਾ ਇਲਾਜ ਕੀ ਹੈ ਭਲਾ? ਅੱਜ ਵੀ ਵੇਖੋ ਤੁਸੀਂ ਪਿੰਡਾਂ ਦੇ ਅੰਦਰ ਜਦੋਂ ਜੇਕਰ ਤੁਹਾਨੂੰ ਜਾਣ ਦਾ ਮੌਕਾ ਮਿਲੇ ਤੇ ਬਾਹਰ ਟੂਬਲਾਂ ਦਾ ਪਾਣੀ, ਜਿਹੜਾ ਫਸਲਾਂ ਨੂੰ ਪਾਣੀ ਜਿੱਥੋਂ ਦਿੱਤਾ ਜਾਂਦਾ ਹੈ, ਉੱਥੇ ਨਿੱਕੀਆਂ ਨਿੱਕੀਆਂ ਹੋਦੀਆਂ ਬਣਾਈਆਂ ਹੁੰਦੀਆਂ ਨੇ। ਉਹ ਪਾਣੀ ਜਿਵੇਂ ਚੱਲਦਾ ਹੈ, ਚਲੋ ਉਹ ਵੱਡੇ ਟੂਬਲ ਪੰਪ ਹੁੰਦੇ ਨੇ, ਆਪਣੇ ਘਰਾਂ ਵਿੱਚ ਲੱਗੇ ਸਮਰਸੀਬਲ ਹੁੰਦੇ ਨੇ। ਉਹ ਜਦੋਂ ਵੱਡੀਆਂ ਮੋਟਰਾਂ ਚੱਲਦੀਆਂ ਨੇ, ਲਗਾਤਾਰ ਚੱਲਦੇ ਰਹਿਣ ਦੇ ਨਾਲ ਉਹਨਾਂ ਵਿੱਚ ਪਾਣੀ ਰੁਕਦਾ ਹੈ ਤੇ ਉਹਨਾਂ ਦੇ ਵਿੱਚ ਹਰੀ ਕਾਈ ਜੰਮਦੀ ਹੈ। ਹੁਣ ਉਹ ਹਰੀ ਕਾਈ ਨੂੰ ਦੂਰ ਕਰਨ ਦੇ ਲਈ ਉਹਦੇ ਵਿੱਚ ਦਵਾਈਆਂ ਪਾਈਆਂ ਜਾਂਦੀਆਂ ਨੇ, ਦਵਾਈਆਂ ਦਾ ਛਿੜਕਾਵ ਕੀਤਾ ਜਾਂਦਾ, ਤਾਂ ਜਾ ਕੇ ਕਿਤੇ ਉਹ ਹਟਦੀ ਹੈ। ਬਸ ਇੱਕ ਭਰਮ ਦਾ ਜਾਲ, ਭਰਮ ਦੀ ਕਾਈ ਸਾਡੇ ਮਨ ਨੂੰ ਜਦੋਂ ਲੱਗ ਜਾਂਦੀ ਹੈ ਨਾ, ਉਹਦੇ ਲਈ ਕਿਹੜੀ ਦਵਾਈ ਹੈ? ਸਤਿਗੁਰੂ ਜੀ ਦੀ ਬਾਣੀ ਅਸਰ ਕਰਦੀ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸ਼ਬਦ ਉੱਥੇ ਸ਼ਬਦ ਜਿਹੜਾ ਹੈ ਅਸਰ ਕਰਦਾ ਦਵਾਈ ਦੇ ਤੌਰ 'ਤੇ। ਤੇ ਜਦੋਂ ਆਪਾਂ ਸ਼ਬਦ ਪੜ੍ਹਦੇ ਹਾਂ, ਜਨਮਾਂ ਜਨਮਾਂ ਦੀ ਲੱਗੀ ਇਹ ਭਰਮ ਦੀ ਕਾਈ ਸਾਡੇ ਅੰਦਰੋਂ ਹਟ ਜਾਂਦੀ ਹੈ। ਫਿਰ ਪਤਾ ਲੱਗਦਾ ਅੰਤੈ ਕੋ ਨਾ ਸਹਾਈ। ਅੱਗੇ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਆ ਸੰਗ ਸਖਾ ਸਭ ਤਜ ਗਏ, ਕੋ ਨਾ ਨਿਭਿਓ ਸਾਥ। ਨਿਭਾਉਣ ਵਾਲਾ ਤੇ ਕੋਈ ਵੀ ਨਹੀਂ। ਵੈਸੇ ਦੁਨੀਆ ਦੇ ਜਿੰਨੇ ਰਿਸ਼ਤੇ ਨੇ ਨਾ, ਜਿੰਨੇ ਸਾਕ ਸੰਬੰਧ ਬਣਾਏ ਨੇ, ਭਾਵੇਂ ਬਾਹਰ ਬਣਾਏ ਨੇ ਤੇ ਭਾਵੇਂ ਘਰ ਦੇ ਹੀ ਨੇ,
किते भी बंदे ने बनाए ने। सतगुरु जी कहते सब कुछ झूठ ते खलोता है, टुटदियां बिलम ना होई। सतगुरु जी की बाणी तो इत्थों तक कहते टुटदियां वक्त नहीं लगता। जिमें सतगुरु जी उदाहरण दे रहे आ कि भी इन्हां दा विसाह कोई नहीं। अजकल दे संसार दे अंदर तां चलो गल सतगुरु जी ने भावें सवास मुक्कण दी कीती है, पर सवास चलदियां बंदे दा की भरोसा है। सवास चलदियां माँ बाप दा धीआं पुत्रां दे नालों रिश्ता टुटदा आम संसार ते वेख्या जा रहा है, या रिश्तेदारां दे नाल इन्ने गूढ़े संबंध, इन्ना गूढ़ा प्यार बनाया, टुट गया, पता नहीं लगा किहड़े वेले वो दुख दे विच बदल गया, जिहदे विचों हुण तक खुशी दियां या सुख दियां हरेक गल्लां नज़र आ रही सन। थोड़ा जिहा उन्हां विच फिक्कापन आ जाए तो सारा कुछ टुट जाता है, सारा कुछ खत्म हो जाता है। या इस तरह मान लीए इत्थे संसार दे अंदर 40-40 साल 50-50 साल दे बने रिश्ते टुटदे हुए नज़र आ रहे ने। संसार की हालत है। इसे करके गुरु तेग बहादुर महाराज कह रहे दुनिया का कोई भी रिश्ता जिथे मर्जी बना लै, समा पा के किते ना किते टुटदा नज़र आ ही जाता है। वो टुटेगा टुटेगा क्यों? असल दे विच झूठ की बुनियाद ते खलोता होया जिहड़ा है वो एक दिन इन्ना कच्चा हुंदा है। वेखो कच्ची तंद हुंदी है, बहुता जोर लावांगे तो टुट जाएगी। जिहड़ी पक्की तंद हुंदी है ना, जिहड़ी सच्ची ते पक्की हुंदी है, वो कदी टुट नहीं पाएगी। इसे करके जदों बाणी दे अंदर सच्ची प्रीत दी, सच्चे प्रेम की गल चलदी है तो उत्थे भगत साहिबान कहंदे आखे वाहिगुरू तेरे नाल असी सच्चे ते पक्के रिश्ते बनाए ने, ऐसे पक्के ते सच्चे प्रेम वाले रिश्ते बनाए ने, इनू जिन्ना मर्जी कोई खिंच लै ये तंद कदी टुटण वाली नहीं, क्योंकि उत्थे रिश्ता सिर्फ प्रेम दा है, उत्थे भावना दा है। उन्हां दे अंदर सिर्फ ते सिर्फ सुख खलोता है, क्योंकि वो भगती दे राह दा सुख है। उत्थे जदों जाके उस रिश्ते की गल चलती है तो उत्थे जाके भगत साहिबान कहंदे आ तेरे नाल रिश्ता उस संसार वाला रिश्ता नहीं जोड़िया जिहड़ा अज है कल नूं टुट जाएगा। जिन्हों गुरु तेग बहादुर महाराज कहंदे कोऊ ना निभेओ साथ, इहो जे रिश्ते साथ नहीं निभाउण वाले। भगत साहिबान की बेनती करदा, भगत साहिबान दी कहंदे आ हे वाहिगुरू तोरी ना टूटै छोरी ना छूटै, ना तो किसी दे तोरिया ये जिहड़ा रिश्ता है, चलो उत्थे प्रीत दी प्रेम की गल कीती है सिर्फ एक उदाहरण वजों। हे वाहिगुरू ना तो ये तेरा ते मेरा जिहड़ा प्यार प्रेम मुहब्बत बनी हुई है ये इन्नी को गूढ़ी पै गई है, ਇਹਦੇ अंदर दरार पैदा नहीं हो सकती, क्योंकि ਇਹਦੇ अंदर भगती दी रंगत है, प्रेम दी रंगत है। तोरी ना टूटै छोरी ना छूटै, ऐसी माधो खिंच तनी। हे माधो तू ऐहो जी तनी खिंच के रखी, ना तो किसी दे तोड़ियां टुटेगी ते ना ही खिंचियां टुटेगी। इन्नी पक्की गूढ़ी तेरे नाल साडा संबंध बन गया। ते ये गूढ़ा संबंध जिहड़ा जेकर आप भगत साहिबाना नूं पुछीए कि भगत साहिबान जी इन्ना गूढ़ा जिहड़ा रिश्ता तुहाडा निरंकार दे नाल है, दुख विच भी साथ निभाउंदा है, सुख विच भी साथ निभाउंदा है, ये कदी छड्डदे ही नहीं तुसीं एक दूजे नूं, ये किवें बन गया? इहदे पिछे कोई कारण तो होएगा। ते भगत साहिबान कहंदे आ हाँ इस रिश्ते दे लई आपां बड़ा कुछ रब नूं अर्पण कीता होया है, रब नूं बड़ा कुछ देना पिया है। उन्होंने पूछी कि भी की देना पिया? जब जिमें ना आप एक बचन पढ़ते हैं सुखमनी साहिबाणी दे अंदर, मन बेचै सतगुर कै पास जे सच्चा रिश्ता बनाउणा है, जिहदे विच सुख होवे दुख आवे ते तां भी दुखां दे विच वो बांह पकड़ के रखे। वो रिश्ता नहीं जिहदी गल गुरु तेग बहादुर महाराज कहंदा कहिंदे आ कोऊ ना निभेओ साथ, वो रिश्ता नहीं। इत्थे सतगुरु जी कहंदे आ जे गुरु दे नाल प्रेम पाउणा, रिश्ता बनाना है पक्का सच्चा, ते सतगुरु जी कहंदे आ मन बेचै सतगुर कै पास ते सेवक के कारज रास। ओदे कारज सारे फिर रास आ जांदे आ,
फिर गुरु भी उहदी मदद करदा है, गुरु भी उहदा मददगार बनदा है, सहायता करदा है, उहदे अंग संग सदा फिर गुरु रहिंदा, सुख दी दुख दी फिर उहदे नाल सारी गल है। जिवें गुरु अर्जन देव महाराज जी का एक बचन आपां पढ़दे आ, उत्थे सतगुरु जी कहंदे हे वाहिगुरू, जिन्ना संसार दे लोकां नूं मैं अपने दुख सुनाउण चलिया ना, उन्हां बारे तुसीं कह दिता कोऊ ना निभ्यो साथ, कोई भी साथ निभण वाला नहीं। फिर बेनती ध्यान नाल सुनियो, जिन्हां दे अगे आपां अपने दुखां दी गल करदे आ, बंदा कहंदा कि भी कित्थे तूं अपने रोणे लैके बह गया, कित्थे तूं अपने मैनूं दुख सुनाउण बह गया, बंदा ये कह के उठ के चला जांदा है, क्योंकि आप जिहड़ा दुखां नाल भरिया वो दूजिआं दे दुख नहीं सुण सकदा। हुण जिहड़ा आप दुखी नहीं, जिहड़ा है ही हमेशा सदैवी सुखी, वो किसी दे दुख सुनण दे लई तैयार बैठा है। ते वो कौन है? वो है धन गुरु ग्रंथ साहिब महाराज। ते गुरु अर्जन देव महाराज जी का पावन बचन आपां एक पढ़दे आ, सतगुरु जी कहंदे आ, तिन ही सुनिया दुख सुख मेरा। हे रब्बा, जदों मैं दुनिया कोल लैके गया ना, ये सारा कुछ ये पंडां जदों जाके मैं दुनिया दे अगे खोलियां, अपने संगियां दे अगे, अपने साथियां दे अगे, उन्होंने भी मैनू आख्या कि की तू रोने जे रोई जाना है, रोज़ आके मेरे अगे रोण बह जाना है, मैं तेरे रोण सुनण दे लई तेनू नहीं मिलदा, उठ के चला जाता है। पर धन गुरु ग्रंथ साहिब महाराज, जदों सारियां कोलों मैं हार गया, इक्को गल याद आई, तिन ही सुनिया दुख सुख मेरा। संसार ते पता लगा कि भी कोऊ ना निभ्यो साथ, फिर पता लगा कि भी संगी साथी राहां दे विच तुरन वाला ते मेरा सच्चा पातशाह निरंकार है। इस करके मैं तेरे दर ते आया, तेरे द्वार ते आया, ते तेरे द्वार ते आके पता लगा कि भी तिन ही सुनिया दुख सुख मेरा। तो विद नेकी खटानी, जी की एक ही पैमानी। साडी मन्नी तां एक अगे जांदे है। चलो जिहड़ा बंदा कहंदा कि भी आ भी मेरी मनदा है, वो भी मेरी मनदा है, ये झूठ कहंदा है। जदों तक तेरे पल्ले दमड़े ने ना, चार पैसे तू उहनूं खुआएगा, तेरी सुनेगा, सुनेगा वो ते रज रज के सुनेगा, तेनू फोन कर करके भी वो सदेगा, क्योंकि तेरे पल्ले चार दमड़े ने। ते जिदन तेरे पल्लों चार दमड़े चले गए, कल जिन्नू तू कहंदा सै मेरी बड़ी सुनदा है, फलाणे दे नाल मेरी आ बैठ है, फलाना मेरी इन्नी मनदा है, जदों तेरे पल्ले 1 रुपया उन्होंने देण जोगा ना होया, उन्हें कहना तू कौन ते मैं कौन। बस आही कहानी है। सतगुरु जी कहते आ, जी की एक ही पैमानी, अवर जतन कर रहे बहु तेरे, तिन तिल नहीं कीमत जानी। तू रब की कीमत नूं नहीं जानदा, जिथे सारे साथ छड्ड जांदे आ, जिथे सारे उठ के चले जांदे आ, धन गुरु ग्रंथ साहिब महाराज उत्थे नाल खड़ जांदे आ। पिछले दिनी फिर एक बेनती मैं साझी करां, भाई सज्जण जी जदों तक उन्हां दा जिक्र बाणी विच चलदा है ते चेते रखना, उदों तक आपां कहिंदे ते कहाउंदे रवांगे। भाई सज्जण जी नूं यही गल धन गुरु नानक महाराज जी ने समझाई कि भाई सज्जणा, जदों वेखो विचार चर्चा हुई भाई सज्जण दे नाल, ते भाई सज्जण ने आख्या धन गुरु नानक महाराज ऐसा शब्द दा बाण मारिया, एक गल हकीकत सच अंदर आ गया कि भी संसार दी हरेक चीज़ साथ छड़ जाएगी, पर दातिया एक गल ते मैनू दस, फिर नाल निभेगा कि? को ना निभ्यो साथ दी गल तुसीं करदे हो, निभेगा कि? जदों कल नूं तेरे घर ते मैं आया, तेरे दर ते आया, लेखा जोखा होया ते किहड़ा नाल तुरेगा? दो गल्लां सांझियां करांगा, एक ये भाई सज्जण वाली ते एक गल विद्वान सज्जण होर बड़ी कमाल दी करदे आ। कहंदे उत्थे भाई सज्जण ने जदों धन गुरु नानक महाराज जी ने सवाल किया, ते धन गुरु नानक महाराज कहन लगे, घबराई ना, दुखी ना होई, मैं तेनू दसदा, बंदे दा अंत समा भावें आ जाए, दुख मुसीबतां भावें चढ़ के आ जाण, भाई सज्जण एक गल चेते रखी, करतार दा नाम अपने हिरदे च रखी, क्योंकि जिथे करतार होएगा, रब होएगा, उत्थे दुनिया दी हरेक चीज़ तेरे तो दूर होएगी, सिर्फ रब तेरे नाल होएगा, उत्थे रब तेरा साथ देगा, गुरु तेरा साथ। वो बचन आपां पढ़दे आ,
ਸੱਜਣ ਸਈ ਨਾਲ ਮੈਂ ਚੱਲਦਿਆਂ ਨਾਲ ਚੱਲਣ, ਜਿੱਥੈ ਲੇਖਾ ਮੰਗੀਐ ਤਿੱਥੈ ਖੜੇ ਦਿਸਨ, ਕੋ ਨਾ ਨਿਭਿਓ ਸਾਥ। ਭਾਵ ਉਹ ਸੱਜਣ, ਉਹ ਗੁਰੂ ਤੇਰੇ ਨਾਲ ਨਿਭੇਗਾ। ਇੱਕ ਵਾਰੀ ਵਿਪਤਾ ਦੇ ਵਿੱਚ ਉਹਨੂੰ ਯਾਦ ਜ਼ਰੂਰ ਕਰੀ। ਵੈਸੇ ਦੂਜੀ ਬੇਨਤੀ ਕਰਾਂ, ਵਿਦਵਾਨ ਸੱਜਣਾ ਨੇ ਇਹ ਗੱਲ ਸਾਂਝੀ ਕੀਤੀ ਹੈ, ਕਹਿਣ ਲੱਗੇ ਮੁਸੀਬਤ ਆ ਜਾਏ, ਦੁੱਖ ਆ ਜਾਏ, ਫਿਕਰ ਆ ਜਾਏ, ਝੋਰਾ ਆ ਜਾਏ, ਜਿਵੇਂ ਉਦਾਹਰਨ ਪੱਖੋਂ ਲੈ ਲਓ ਕਿ ਵੀ ਅੱਜ ਦੇ ਸਮੇਂ ਦੇ ਅੰਦਰ ਮਹਾਂਮਾਰੀ ਚੱਲਦੀ, ਕਿਹੜਾ ਬੰਦਾ ਨਹੀਂ ਜਿਹੜਾ ਰੱਬ ਨੂੰ ਯਾਦ ਨਹੀਂ ਕਰਦਾ। ਤੁਸੀਂ ਨਹੀਂ ਕਰਦੇ, ਮੈਂ ਨਹੀਂ ਕਰਦਾ, ਸਾਰੇ ਕਰ ਰਹੇ ਆ ਨਾ। ਤੁਸੀਂ ਵੀ ਕਰ ਰਹੇ ਹੋ, ਮੈਂ ਵੀ ਕਰ ਰਿਹਾ। ਤੇ ਰੋਜ਼ ਇਹ ਵੀ ਅਰਦਾਸ ਕਰਦੇ ਆ ਕਿ ਵੀ ਰੱਬਾ ਚਲੋ ਕਿਸੇ ਤੇ ਇਹ ਦਿਨ ਨਾ ਆਵੇ, ਸਾਰੇ ਸੁਖੀ ਹੋਣ। ਚਲੋ ਵੈਸੇ ਰੋਜ਼ ਹੀ ਆਪਾਂ ਜਦੋਂ ਗੁਰੂ ਅੱਗੇ ਅਰਦਾਸ ਕਰਦੇ ਹਾਂ ਤੇ ਇੱਕੋ ਗੱਲ ਰੋਜ਼ ਕਰਦੇ ਹਾਂ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ। ਇੱਕੋ ਹੀ ਕੌਮ ਜੇ, ਉਹ ਹੈ ਸਿੱਖ ਕੌਮ। ਸਿਰਫ ਇਹੀ ਰੋਜ਼ ਗੁਰੂ ਅੱਗੇ ਖਲੋ ਕੇ ਹੱਥ ਜੋੜ ਕੇ ਸਰਬੱਤ ਦੇ ਭਲੇ ਦੀ ਗੱਲ ਕਰਦੀ ਹੈ। ਅੱਛਾ, ਉਹਦੇ ਪਿੱਛੇ ਇੱਕ ਬੜਾ ਵੱਡਾ ਕਾਰਨ ਹੈ। ਉਹ ਕਾਰਨ ਪਤਾ ਕੀ ਹੈ? ਅਸੀਂ ਬਾਣੀ ਪੜ੍ਹਦੇ ਹਾਂ ਤੇ ਬਾਣੀ ਪੜ੍ਹਦੇ ਹਾਂ ਅਸੀਂ ਰੋਜ਼, ਪਤਾ ਇੱਕ ਆਪਾਂ ਸ਼ਬਦ ਪੜ੍ਹਦੇ ਹਾਂ, ਰਬ ਰਖਿਆ ਸਰਬੱਤਰ ਮੈਂ, ਕਿਉਂਕਿ ਉਹ ਰੱਬ ਸਭ ਦੇ ਅੰਦਰ ਬੈਠਾ ਹੋਇਆ, ਜਿਹਨੂੰ ਸਤਿਗੁਰੂ ਜੀ ਕਹਿੰਦੇ ਫਰੀਦਾ ਖਾਲਕ ਖਲਕ ਮੈਂ, ਖਲਕ ਵਸੈ ਰੱਬ ਮਾਹੇ। ਰੱਬ ਤੇ ਸਭ ਵਿੱਚ ਵਸਦਾ ਹੈ। ਉੱਥੇ ਆਪਾਂ ਸਰਬੱਤ ਦੇ ਭਲੇ ਦੀ ਤਾਂ ਅਰਦਾਸ ਕਰਦੇ ਹਾਂ ਕਿਉਂਕਿ ਉਹ ਸਰਬੱਤ ਦਾ ਭਲਾ ਕਰਨ ਵਾਲਾ ਸਰਬੱਤ ਦੇ ਅੰਦਰ ਬੈਠਾ ਹੈ। ਤੇ ਉੱਥੇ ਅਰਦਾਸ ਕਰਨੇ ਆ ਕਿ ਰੱਬਾ ਸਭ ਦੇ ਅੰਦਰ ਬੈਠਾ, ਤੈਨੂੰ ਤੇ ਸਭ ਕੁਝ ਵੇਖਦਾ ਹੈ। ਆ ਜਿਹੜਾ ਦੁੱਖ ਆਇਆ ਇਹ ਸਾਰਿਆਂ ਦੇ ਉੱਤੋਂ ਟਲ ਜਾਏ, ਇਹ ਅਰਦਾਸ ਕਰਦੇ ਆ ਕਿਉਂਕਿ ਸਭ ਦੇ ਅੰਦਰ ਬੈਠਾ। ਸਰੋ ਵਿਚਾਰ ਬੇਨਤੀ ਕਰਨ ਲੱਗਾ ਸਾਂ, ਵਿਦਵਾਨ ਸੱਜਣ ਇੱਕ ਗੱਲ ਕਹਿੰਦੇ ਆ, ਕਹਿੰਦੇ ਧੰਨ ਗੁਰੂ ਨਾਨਕ ਮਹਾਰਾਜ। ਅੱਜ ਬੈਠੇ ਸਵੇਰੇ ਵੀ ਫੁਰਨਾ ਇੱਕ ਮਨ ਵਿੱਚ ਚੱਲਦਾ ਸੀ, ਇੱਕ ਵੀਰ ਦੇ ਕੋਲ ਬੈਠਾ ਤੇ ਉਹ ਉੱਥੇ ਗੱਲ ਚੱਲ ਪਈ। ਮੈਂ ਬੇਨਤੀ ਤੁਹਾਡੇ ਨਾਲ ਸਾਂਝੀ ਕਰਨ ਲੱਗਾ, ਬਾਣੀ ਨੂੰ ਕਿਸ ਢੰਗ ਤਰੀਕੇ ਨਾਲ ਆਪਾਂ ਲੈਣਾ, ਜਿਹੜਾ ਢੰਗ ਸਾਨੂੰ ਗੁਰੂ ਸਾਹਿਬ ਦੱਸ ਰਿਹਾ ਉਸ ਢੰਗ ਨਾਲ ਬਾਣੀ ਆਪਾਂ ਜੀ ਨਹੀਂ ਰਹੇ। ਕਿਉਂ? ਕਿਉਂਕਿ ਜਿਸ ਦਿਨ ਆਪਾਂ ਬਾਣੀ ਇਹ ਸਮਝ ਕੇ ਪੜ੍ਹਾਂਗੇ, ਸੁਣਾਂਗੇ, ਵਿਚਾਰਾਂਗੇ ਕਿ ਵੀ ਇਹ ਬਾਣੀ ਵਾਹੋ ਵਾਹੋ ਨਿਰੰਕਾਰ ਹੈ। ਦੂਜੀ ਗੱਲ, ਜਿਸ ਦਿਨ ਆਪਾਂ ਇਹ ਸਮਝ ਕੇ ਪੜ੍ਹਾਂਗੇ ਕਿ ਵੀ ਇਹ ਧੰਨ ਗੁਰੂ ਨਾਨਕ ਪਾਤਸ਼ਾਹ ਦਾ ਹਿਰਦਾ ਹੈ, ਜਿਸ ਦਿਨ ਸਾਨੂੰ ਇਹ ਪਤਾ ਲੱਗ ਗਿਆ ਕਿ ਵੀ ਬਾਣੀ ਗੁਰੂ ਨਾਨਕ ਪਾਤਸ਼ਾਹ ਦਾ ਹਿਰਦਾ ਹੈ, ਤੇ ਜਦੋਂ ਆਪਣੇ ਹਿਰਦੇ ਤੋਂ ਗੁਰੂ ਨਾਨਕ ਪਾਤਸ਼ਾਹ ਦੇ ਹਿਰਦੇ ਤੱਕ ਆਪਾਂ ਪਹੁੰਚਾਂਗੇ ਤੇ ਕੋਈ ਦੁੱਖ, ਕੋਈ ਤਕਲੀਫ ਸਾਡੇ ਕੋਲ ਆ ਹੀ ਨਹੀਂ ਸਕਦੀ। ਸੋ ਬੇਨਤੀ ਕਰਨ ਲੱਗਾ ਸਾਂ, ਵਿਦਵਾਨ ਸੱਜਣਾ ਦਾ ਇਹ ਕਹਿਣਾ ਹੈ, ਗੁਰੂ ਜਿਹੜਾ ਉਹ ਸਦਾ ਅੰਗ ਸੰਗ ਹੁੰਦਾ ਹੈ। ਜਿੱਥੇ ਤੇਰੇ ਤੇ ਦੁੱਖ ਆਵੇ, ਜਿੱਥੇ ਤੈਨੂੰ ਲੱਗੇ ਨਾ ਕੋ ਨਾ ਨਿਭਿਓ ਸਾਥ, ਕੋਈ ਵੀ ਸਾਥ ਨਿਭਣ ਵਾਲਾ ਨਹੀਂ, ਇੱਕ ਕੰਮ ਕਰੀ, ਜਪਜੀ ਸਾਹਿਬ ਦਾ ਪਾਠ ਕਰੀ। ਵਿਦਵਾਨ ਸੱਜਣਾ ਦੀ ਗੱਲ ਤੁਹਾਡੇ ਨਾਲ ਸਾਂਝੀ ਕਰਦਾ। ਵੈਸੇ ਗੁਰਬਾਣੀ ਪੜ੍ਹਨੀ ਸਾਡੇ ਲਈ ਲਾਜ਼ਮੀ ਹੈ ਤੇ ਇਹ ਪੜ੍ਹਨੀ ਸਾਨੂੰ ਰੋਜ਼ ਚਾਹੀਦੀ ਹੈ, ਸਾਡੀ ਨਿਤ ਦਾ ਨੇਮ ਵੀ ਹੈ। ਵਿਦਵਾਨ ਕਹਿੰਦੇ ਆ, ਜਿਸ ਦਿਨ ਤੈਨੂੰ ਪਤਾ ਲੱਗੇ ਕਿ ਵੀ ਕੋਈ ਨਾਲ ਚੱਲਣ ਵਾਲਾ ਨਹੀਂ, ਉਸ ਦਿਨ ਪਈ ਬਿਪਤਾ ਦੇ ਅੰਦਰ ਧਿਆਨ ਦੇ ਨਾਲ ਸੁਰਤ ਨੂੰ ਇਕਾਗਰ ਕਰਕੇ ਧੰਨ ਗੁਰੂ ਨਾਨਕ ਪਾਤਸ਼ਾਹ ਦੀ ਜਪਜੀ ਸਾਹਿਬ ਦੀ ਬਾਣੀ ਪੜ੍ਹ ਲਈ ਤੇ ਤੈਨੂੰ ਪਤਾ ਲੱਗੇਗਾ। ਅਰਦਾਸ ਜਦੋਂ ਕਰੇਗਾ, ਗੁਰੂ ਨਾਨਕ ਪਾਤਸ਼ਾਹ ਦੁੱਖ ਵਿੱਚ ਵੀ ਤੇਰੇ ਨਾਲ ਹੀ ਖਲੋਤਾ ਹੈ। ਗੁਰੂ ਨਾਨਕ ਪਾਤਸ਼ਾਹ ਦਾ ਹਿਰਦਾ ਤੇਰੇ ਨਾਲ ਖਲੋਤਾ ਹੈ, ਕਿਉਂਕਿ ਜਪਜੀ ਸਾਹਿਬ ਬਾਣੀ ਗੁਰੂ ਨਾਨਕ ਪਾਤਸ਼ਾਹ ਦਾ ਹਿਰਦਾ ਹੈ। ਇਹਨੂੰ ਕਿਸ ਭਾਵ ਵਿੱਚ ਤੁਸੀਂ ਸਮਝਦੇ ਹੋ, ਤੁਹਾਡੇ ਭਾਵ ਦੇ ਵਿੱਚ ਹੈ, ਪਰ ਮੈਨੂੰ ਤਾਂ ਇੰਨੀ ਸਮਝ ਲੱਗਦੀ ਹੈ ਕਿ ਇਹ ਗੁਰੂ ਨਾਨਕ ਪਾਤਸ਼ਾਹ ਦੇ ਹਿਰਦੇ ਨੂੰ ਆਪਾਂ ਪੜ੍ਹ ਰਹੇ ਹਾਂ, ਗੁਰਬਾਣੀ ਨਹੀਂ। ਗੁਰਬਾਣੀ ਦੇ ਵਿੱਚੋਂ ਗੁਰੂ ਨਾਨਕ ਪਾਤਸ਼ਾਹ ਦਾ ਹਿਰਦਾ ਪੜ੍ਹਿਆ ਜਾ ਰਿਹਾ, ਤੇ ਜਿਹੜਾ ਇਹਨੂੰ ਪੜ੍ਹਦਾ ਹੈ ਸਮਝੋ ਗੁਰੂ ਨਾਨਕ ਪਾਤਸ਼ਾਹ ਨੂੰ ਪੜ੍ਹਦਾ ਹੈ। ਸੋ ਜਦੋਂ ਇਹਨੂੰ ਧਿਆਨ ਦੇ ਨਾਲ ਤੁਸੀਂ ਸਮਝੋਗੇ ਤੇ ਸਤਿਗੁਰੂ ਜੀ ਕਹਿੰਦੇ ਆ, ਗੁਰੂ ਜਪਜੀ ਸਾਹਿਬ ਦੇ ਰੂਪ ਦੇ ਵਿੱਚ ਤੇਰੇ ਨਾਲ ਹੀ ਬੈਠਾ ਹੈ। ਸੋ ਕਈ ਵਾਰ ਆਪਾਂ ਇਸ ਪੱਖ ਤੋਂ ਉਦਾਹਰਨਾਂ ਕਈ ਲੈ ਚੁੱਕੇ ਹਾਂ। ਅਗਲੀ ਪੰਕਤੀ, ਪਹਿਲੀ ਪੰਕਤੀ ਵਿੱਚ ਸਤਿਗੁਰੂ ਜੀ ਕਹਿੰਦੇ ਆ, ਸੰਗ ਸਖਾ ਸਭ ਤਜ ਗਏ, ਕਉ ਨਾ ਨਿਭਿਓ ਸਾਥ, ਕੋਈ ਵੀ ਸਾਥ ਨਿਭਣ ਵਾਲਾ ਨਹੀਂ, ਇੱਕ ਰੱਬ ਤੇ ਇੱਕ ਗੁਰੂ ਤੋਂ ਬਿਨਾਂ। ਦੂਜੀ ਗੱਲ ਸਤਿਗੁਰੂ ਜੀ ਕਹਿੰਦੇ, ਕਹੋ ਨਾਨਕ ਇਹ ਬਿਪਤ ਮੈਂ,
ਵਿਪਤਾ ਸਭ ਤੇ ਆਉਂਦੀ ਹੈ। ਕੋਈ ਇਹ ਬੰਦਾ ਨਹੀਂ ਕਹਿ ਸਕਦਾ ਕਿ ਮੇਰੇ ਕੋਲ ਬਹੁਤਾ ਧਨ ਦੌਲਤ ਤੇ ਮੇਰੇ ਤੇ ਵਿਪਤਾਵਾਂ ਨਹੀਂ ਆਉਂਦੀਆਂ। ਵਿਪਤਾਵਾਂ ਚਿੰਤਾ ਦੇ ਰੂਪ ਵਿੱਚ ਸਭ ਦੇ ਕੋਲ ਨੇ। ਸਤਿਗੁਰੂ ਜੀ ਨੇ ਐਵੇਂ ਥੋੜ੍ਹਾ ਕਹਿ ਦਿੱਤਾ ਵੱਡੇ ਵੱਡੇ ਜੋ ਦਿਸੈ ਲੋਕ ਤਿਨ ਕੋ ਵਿਆਪੈ ਚਿੰਤਾ ਰੋਗ। ਵੇਖੋ ਕਿੰਨੀ ਕਮਾਲ ਦੀ ਗੱਲ ਹੈ। ਵੱਡੇ ਬੰਦਿਆਂ ਨੂੰ, ਧਨਾੜ ਬੰਦਿਆਂ ਨੂੰ ਸਭ ਤੋਂ ਵੱਡੀ ਚਿੰਤਾ ਹੈ ਕਿ ਮੈਨੂੰ ਕਰੋਨਾ ਨਾ ਹੋ ਜਾਏ, ਉਹਨਾਂ ਨੂੰ ਚਿੰਤਾ ਹੈ। ਪਰ ਜਿਹੜਾ ਸਭ ਤੋਂ ਥੱਲੇ ਲੈਵਲ ਤੇ ਬੰਦਾ ਗਰੀਬ ਹੈ, ਉਹਨੂੰ ਪਤਾ ਵਿਚਾਰੇ ਨੂੰ ਕੀ ਚਿੰਤਾ ਹੈ, ਕਿਤੇ ਲੋਕਡਾਊਨ ਹੀ ਨਾ ਲੱਗਦਾ, ਖਾਵਾਂਗਾ ਕਿੱਥੋਂ, ਬੱਚਿਆਂ ਨੂੰ ਕਿੱਥੋਂ ਖਵਾਵਾਂਗਾ। ਉਹਨੂੰ ਚਿੰਤਾ ਕਰੋਨਾ ਦੀ ਨਹੀਂ ਹੈ। ਉਹ ਤਾਂ ਤੁਰ ਰਿਹਾ ਫਿਰ ਰਿਹਾ, ਉਹ ਤਾਂ ਕੱਲ੍ਹ ਵੀ ਤੁਰਿਆ ਫਿਰਦਾ ਸੀ, ਅੱਜ ਵੀ ਤੁਰਿਆ ਫਿਰਦਾ। ਉਹਨੂੰ ਕਰੋਨਾ ਦਾ ਡਰ ਨਹੀਂ ਹੈ, ਉਹਨੂੰ ਸਿਰਫ ਡਰ ਹੈ ਕਿ ਲੋਕਡਾਊਨ ਦਾ ਕਿਤੇ ਲੱਗ ਨਾ ਜਾਏ। ਬਸ ਜਿੰਨੀਆਂ ਵੀ ਚਿੰਤਾ ਨੇ, ਸਤਿਗੁਰੂ ਜੀ ਵੀ ਕਹਿ ਰਿਹਾ ਵੱਡੇ ਵੱਡੇ ਜੋ ਦਿਸੈ ਲੋਕ ਤਿਨ ਕੋ ਵਿਆਪੈ ਚਿੰਤਾ ਰੋਗ, ਉਹਨਾਂ ਨੂੰ ਵਿਆਪਦੇ ਆ। ਤੇ ਸਤਿਗੁਰੂ ਜੀ ਕਹਿੰਦੇ ਵਿਪਤਾ ਮੁਸੀਬਤਾਂ ਸਭ ਤੇ ਆ ਰਹੀਆਂ ਨੇ, ਭਾਵੇਂ ਵੱਡਾ ਭਾਵੇਂ ਛੋਟਾ ਹੈ। ਪਰ ਸਤਿਗੁਰੂ ਜੀ ਕਹਿੰਦੇ ਕਹੋ ਨਾਨਕ ਇਹ ਵਿਪਤ ਮੈਂ ਟੇਕ ਏਕ ਰਘੁਨਾਥ। ਰਘੁਨਾਥ ਸ਼ਬਦ ਬਾਣੀ ਦੇ ਅੰਦਰ ਬੇਨਤੀ ਕਰਾਂ ਭਗਤ ਪ੍ਰਹਿਲਾਦ ਜੀ ਦੇ ਲਈ ਵਰਤਿਆ ਗਿਆ। ਭਾਵ ਦੂਜੇ ਭਾਵ ਦੇ ਅੰਦਰ ਇਹ ਸ਼ਬਦ ਰੱਬ ਦੇ ਲਈ ਵੀ ਵਰਤਿਆ ਗਿਆ। ਨਿਰੰਕਾਰ ਜਾਂ ਰਘੁਵੰਸ਼ੀ ਰਾਮ ਸ਼੍ਰੀ ਰਾਮ ਚੰਦਰ ਦੇ ਲਈ ਵੀ ਵਰਤਿਆ ਗਿਆ। ਸੋ ਇੱਥੇ ਜਿਹੜਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਸ਼ਬਦ ਵਰਤਿਆ, ਇਹ ਰੱਬ ਦੇ ਲਈ ਹੈ, ਨਿਰੰਕਾਰ ਦੇ ਲਈ ਹੈ। ਤੇ ਸਤਿਗੁਰੂ ਜੀ ਕਹਿੰਦੇ ਕਹੋ ਨਾਨਕ ਇਹ ਵਿਪਤ ਮੈਂ ਟੇਕ ਏਕ ਰਘੁਨਾਥ। ਜੇ ਵਿਪਤਾ ਪੈ ਗਈ ਉਹਦੇ ਵਿੱਚ ਸਹਾਰਾ ਆਸਰਾ ਸਿਰਫ ਰੱਬ ਦਾ ਲਈ, ਬੰਦਿਆਂ ਦਾ ਨਾ ਲਈ, ਕਿਉਂਕਿ ਬੰਦਿਆਂ ਦੀ ਟੇਕ ਨੂੰ ਤਾਂ ਸਤਿਗੁਰੂ ਕਹਿੰਦੇ ਆ ਮਾਨੁਖ ਕੀ ਟੇਕ ਬਿਰਤੀ ਸਭ ਜਾਨ। ਇਹਨਾਂ ਦੀਆਂ ਸਹਾਰੇ, ਇਹਨਾਂ ਦੀਆਂ ਟੇਕਾਂ ਆਸਾਂ ਸਭ ਬਿਰਥੀਆਂ ਨੇ, ਕਿਉਂਕਿ ਜੋ ਕੁਝ ਕਰਨਾ ਰੱਬ ਨੇ ਕਰਨਾ, ਰੱਬ ਤੋਂ ਬਿਨਾਂ ਦੂਜਾ ਕੋਈ ਕਰ ਹੀ ਨਹੀਂ ਸਕਦਾ। ਸੋ ਸਤਿਗੁਰੂ ਦਾਤਾ ਕਿਰਪਾ ਕਰੇ। ਸਿਰਫ 2 ਸਲੋਕ ਰਹਿ ਗਏ, ਕੋਸ਼ਿਸ਼ ਕਰਾਂਗਾ ਦੋਵੇਂ ਸਲੋਕ ਇੱਕੋ ਵਰਗੇ ਨੇ, ਉਹਨਾਂ ਦੀ ਵਿਚਾਰ ਕੱਲ੍ਹ ਦੇ ਦੀਵਾਨ ਵਿੱਚ ਆਪ ਜੀ ਦੇ ਨਾਲ ਕਰਕੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸਲੋਕਾਂ ਦੀ ਆਪਾਂ ਸਮਾਪਤੀ ਕਰਾਂਗੇ ਤੇ ਨਾਲੇ ਗੁਰੂ ਚਰਨਾਂ ਵਿੱਚ ਅਰਦਾਸ ਕਰਾਂਗੇ ਸਤਿਗੁਰੂ ਸਭਨਾਂ ਨੂੰ ਚੜ੍ਹਦੀ ਕਲਾ ਬਖਸ਼ੇ। ਇਸੇ ਤਰ੍ਹਾਂ ਆਪਾਂ ਗੁਰੂ ਘਰ ਆਉਂਦੇ ਰਹੀਏ, ਬਾਣੀ ਪੜ੍ਹਦੇ ਰਹੀਏ ਤੇ ਬਾਣੀ ਵਿਚਾਰਦੇ ਰਹੀਏ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ। ਮੇਰੀਆਂ ਭੁੱਲਾਂ ਦੀ ਖਿਮਾ, ਬੋਲਦਿਆਂ ਪਾਸੋਂ ਅਨੇਕਾਂ ਹੋ ਜਾਂਦੀਆਂ ਨੇ। ਸਤਿਗੁਰੂ ਜੀ ਗੁਰੂ ਕੀ ਸੰਗਤ ਬਖਸ਼ਣਹਾਰ ਹੈ, ਬਖਸ਼ ਦੇਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।